ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਤਾਲੀ ਤਾਂ ਠੋਕੋ ਪਰ ਸੋਚ ਸਮਝ ਕੇ। ਸਾਡੇ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਉੱਘੇ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ। ਹਮੀਰ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ। ਹਮੀਰ ਜੀ, ਜਿਉਂ-ਜਿਉਂ ਵਿਧਾਨ ਸਭਾ ਚੋਣਾਂ ਨਜ਼ਦੀਕ ਆਉਂਦੀਆਂ ਜਾ ਰਹੀਆਂ ਨੇ, ਸਾਰੀ ਸਿਆਸੀ ਪਾਰਟੀਆਂ ਵੱਲੋਂ ਵੱਡੇ ਵੱਡੇ ਐਲਾਨ ਕੀਤੇ ਜਾ ਰਹੇ ਨੇ। ਅਰਵਿੰਦ ਕੇਜਰੀਵਾਲ ਆਪਣੇ ਲੈਵਲ 'ਤੇ ਲੱਗੇ ਹੋਏ ਨੇ, ਸੁਖਬੀਰ ਬਾਦਲ ਆਪਣੇ ਲੈਵਲ 'ਤੇ ਲੱਗੇ ਹੋਏ ਨੇ, ਭਾਜਪਾ ਆਪਣੀ ਡਫਟਫੀ ਜਿਹੜੀ ਹੈਗੀ ਹੈ ਵਜਾਉਣ ਲੱਗੀ ਹੋਈ ਹੈ। ਉੱਥੇ ਹੀ ਜੇਕਰ ਗੱਲ ਕਰੀਏ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ, ਉਹ ਜਿਹੜੇ ਚਾਹੇ ਉਹ ਕੇਜਰੀਵਾਲ ਦੇ ਚਾਹੇ ਸੁਖਬੀਰ ਬਾਦਲ ਦੇ ਜਿਹੜੇ ਐਲਾਨਾਂ ਦੀ ਆਲੋਚਨਾ ਕਰਦੇ ਆ ਰਹੇ ਸੀ, ਉਹਨਾਂ ਵੱਲੋਂ ਜਿਹੜਾ ਹੈਗਾ ਲੰਘੇ ਦਿਨ ਇਹਨਾਂ ਦੋਵਾਂ ਆਗੂਆਂ ਤੋਂ ਦੋ ਕਦਮ ਅੱਗੇ ਵਧਦਿਆਂ ਵੱਡੇ ਵੱਡੇ ਐਲਾਨ ਕੀਤੇ ਗਏ ਨੇ, ਵੱਡੇ ਵੱਡੇ ਦਾਅਵੇ ਕੀਤੇ ਗਏ ਨੇ। ਅਸੀਂ ਜਾਣਨਾ ਚਾਹਾਂਗੇ ਪਹਿਲਾਂ ਤਾਂ ਉਹ ਐਲਾਨ ਕੀ ਨੇ ਤੇ ਉਹਨਾਂ ਨੇ ਇਸ ਐਲਾਨਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ? ਅਸਲ ਦੇ ਵਿੱਚ ਐਲਾਨ ਤਾਂ ਉਹੀ ਨੇ ਜਿਹੜੇ ਲੋਕ ਪਹਿਲਾਂ ਕਰਦੇ ਨੇ, ਫਰੀਬੀਜ਼ ਨੇ ਜਾਂ ਮੁਫਤ ਕੁਛ ਚੀਜ਼ਾਂ ਦੇ ਕੇ ਲੋਕ ਵੋਟਾਂ ਲਈ ਆਕਰਸ਼ਿਤ ਕੀਤੇ ਜਾ ਸਕਣ। ਜਿਵੇਂ ਪਹਿਲਾਂ ਕੇਜਰੀਵਾਲ ਨੇ 1000 ਰੁਪਇਆ ਹਰ ਔਰਤ ਨੂੰ ਦੇਣ ਦਾ, ਉਦੋਂ ਬਾਅਦ ਸੁਖਬੀਰ ਬਾਦਲ ਨੇ 2000 ਕਰਤਾ ਸੀ, ਨਵਜੋਤ ਸਿੱਧੂ ਉਹਨਾਂ ਨੇ ਵੀ 2000 ਕਰਤਾ। ਉਹਦੇ ਨਾਲ ਕੁਝ ਮਤਲਬ ਨਵੇਂ ਐਲਾਨ ਕੀਤੇ ਨੇ ਇਸੇ ਤਰੀਕੇ ਦੇ ਨਾਲ ਕਿ ਜਿਹੜੀਆਂ ਲੜਕੀਆਂ 5ਵੀਂ ਪੜ੍ਹ ਜਾਣਗੀਆਂ ਉਹਨਾਂ ਨੂੰ 10,000 ਰੁਪਈਆ, ਜਿਹੜੀਆਂ ਉਦੋਂ ਅੱਗੇ ਪੜ੍ਹ ਜਾਣਗੀਆਂ 10ਵੀਂ ਪੜ੍ਹ ਜਾਣਗੀਆਂ ਉਹਨਾਂ ਨੂੰ 20,000 ਰੁਪਈਆ, ਉਸ ਤੋਂ ਅੱਗੇ ਜਿਹੜਾ ਪੜ੍ਹ ਜਾਣਗੀਆਂ ਤਾਂ ਜੇ ਕਾਲਜ ਜਾਣਾ ਜਾਂ ਬਾਕੀ ਉਹਨਾਂ ਨੂੰ ਸਕੂਟੀ ਲੈ ਕੇ ਦਿੱਤੀ ਜਾਊਗੀ। ਜਿਹੜੇ ਕੋਈ ਬਾਹਰ ਜਾਣਾ ਚਾਹੁੰਦੇ ਨੇ ਜਾਂ ਇੱਧਰ ਉੱਧਰ ਹੋਰ ਪੜ੍ਹਾਈ ਕਰਨਾ ਚਾਹੁੰਦੇ ਨੇ ਉਹਨੂੰ ਇੱਕ ਜਿਹੜਾ ਲੈਪਟਾਪ ਵਰਗਾ ਉਹ ਜਿਹੜਾ ਦਿੱਤਾ ਜਾਏਗਾ ਇੱਕ। ਔਰ ਇਸ ਸਾਰੇ ਐਲਾਨ ਨੇ ਅਤੇ ਨਾਲ ਬਾਕੀ ਔਰਤਾਂ ਨੂੰ 8 ਸਿਲੰਡਰ ਵੀ ਦਿੱਤੇ ਜਾਣਗੇ ਮੁਫਤ। ਕੁਛ ਤਾਂ ਇਹ ਚੀਜ਼ਾਂ ਕੀਤੀਆਂ ਨੇ। ਇੱਕ ਚੀਜ਼ ਇਹ ਕੀਤੀ ਹੈ ਕਿ ਜਿਹੜੇ ਜਿਵੇਂ ਮਨਰੇਗਾ ਦਾ ਉਹਨਾਂ ਨੇ ਜ਼ਿਕਰ ਕੀਤਾ, ਮਨਰੇਗਾ ਦੇ ਨਾਲ ਜ਼ਿਕਰ ਕਰਕੇ ਇਹ ਕਿਹਾ ਵੀ ਜਿਹੜਾ ਵੀ ਮਜ਼ਦੂਰ ਜਾਂ 5 ਏਕੜ ਵਾਲਾ ਕਿਸਾਨ ਆਪਣੇ ਖੇਤ 'ਚ ਆਇਆ ਕਰੇਗਾ, ਜਾਂਦੇ ਹੀ ਉਹਦੇ 400 ਰੁਪਇਆ ਜੇਬ 'ਚ ਪਾਇਆ ਕਰੇਗੀ ਸਰਕਾਰ, ਤਾਂ ਕਿ ਉਹ ਪਸੀਨਾ ਬਹਾ ਰਿਹਾ ਬਾਕੀ ਹੈ। ਹੁਣ ਇਹ ਸਾਰਾ ਜਿਹੜੇ ਐਲਾਨ ਨੇ, ਇਹ ਤੋਂ ਪਹਿਲਾਂ ਵੀ ਇਹ ਐਲਾਨ ਹੁੰਦਾ ਰਿਹਾ ਕਿ ਜਿਹੜੇ ਵੀ ਲੋਕ ਐਲਾਨ ਕਰ ਰਹੇ ਨੇ, ਪਹਿਲੀ ਗੱਲ ਤਾਂ ਇੱਕ ਰਾਈਟ ਦਾ ਹੱਕ ਦਾ ਸਵਾਲ ਹੁੰਦਾ, ਇੱਕ ਖੈਰਾਤ ਦਾ ਸਵਾਲ ਹੁੰਦਾ। ਉਹ ਖੈਰਾਤੀ ਪੈਸੇ ਜ਼ਿਆਦਾ ਜਾ ਰਹੇ ਨੇ ਅਤੇ ਨਾਲ ਦੀ ਨਾਲ ਖੈਰਾਤਾਂ ਦੇਣ ਤੋਂ ਬਾਅਦ ਉਹ ਪੈਸਾ ਆਊਗਾ ਕਿੱਥੋਂ, ਇਹ ਸਵਾਲ ਨਵਜੋਤ ਸਿੱਧੂ ਵੀ ਪਹਿਲਾਂ ਆਪ ਕਰਦੇ ਰਹੇ ਦੂਜਿਆਂ 'ਤੇ, ਅਤੇ ਨਾਲ ਇਹ ਵੀ ਕਹਿੰਦੇ ਰਹੇ ਵੀ ਜੀ ਇੱਕ ਹਰ ਲੇਡੀ ਨੂੰ ਕਿਉਂ ਦੇਣਾ ਹੈ ਜਾਂ ਬਾਕੀ ਦਾ, ਫਿਰ ਤੁਸੀਂ ਉਸੇ ਬਾਹ 'ਚ ਵੈਸੇ ਬੈਠ ਰਹੇ ਹੋ। ਔਰ ਨਾਲ ਪਹਿਲੀ ਗੱਲ ਇਹ ਗੱਲ ਕੀਤੀ, ਇੱਦੋਂ ਪਹਿਲਾਂ ਜਿੰਨੀਆਂ ਉਹ ਗੱਲਾਂ ਕਰਦੇ ਸੀ ਇਹ ਨਵਜੋਤ ਸਿੱਧੂ ਦਾ ਵਾਅਦਾ ਹੈ, ਇਹ ਫਲਾਣੇ ਦਾ, ਕੱਲ੍ਹ ਪਹਿਲੀ ਵਾਰ ਕੀਤਾ ਇਹ ਪਾਰਟੀ ਦਾ ਵਾਅਦਾ ਹੈ, ਇਹ ਮੈਨੀਫੈਸਟੋ 'ਚ ਦਰਜ ਹੋਏਗਾ। ਇਹਦਾ ਮਤਲਬ ਮੈਨੀਫੈਸਟੋ ਇਹੋ ਜਿਹਾ ਬਣਨਾ ਜਿਹੋ ਜਿਹਾ ਕੱਲ੍ਹ ਜਿਹੜਾ ਜਿਸ ਲੈਵਲ ਦਾ ਪਾਰਟੀ ਦਾ ਇੱਕ ਸੈਟਅਪ ਆਏਗਾ। ਹਾਂ, ਦੂਜੀ ਗੱਲ ਜਿਹੜੀ ਇੱਕ ਇਹ ਗੱਲ ਕਹੀ ਗਈ ਕਿੰਨਾ ਪੈਸਾ ਉਹਦੇ 'ਚ ਇਨਵੋਲਵ ਹੈ, ਕੀ ਇਹਦਾ ਕੋਈ ਹਿਸਾਬ ਕਿਤਾਬ ਕਰਕੇ ਆ ਰਿਹਾ ਬੰਦਾ? ਜੀ, ਜੇ ਉਹ ਹਿਸਾਬ ਕਿਤਾਬ ਕੀਤਾ ਤਾਂ ਫਿਰ ਉਹ ਆਏਗਾ ਕਿੱਥੋਂ? ਸਾਰੀਆਂ ਪਾਰਟੀਆਂ ਇਹੀ ਕਹਿ ਰਹੀਆਂ ਨੇ ਉਹ ਅਸੀਂ ਕਰ ਲਾਂਗੇ, ਉਹ ਸਾਡੇ ਕੋਲ ਪਿਆ, ਉਹ ਕਿੱਥੋਂ ਕਰ ਲਓਗੇ? ਇਹ ਸਵਾਲ ਸਭ 'ਤੇ ਲਾਗੂ ਹੁੰਦਾ। ਅਗਲੀ ਗੱਲ, ਇਹ ਗੱਲ ਵਾਜਬ ਵਾਲੇ ਪਾਸੇ ਚੱਲੀ ਸੀ ਥੋੜ੍ਹੀ ਜਿਹੀ, ਜਿਹੜਾ ਨਰੇਗਾ ਦਾ ਸਵਾਲ ਹੈ, ਮਨਰੇਗਾ ਦਾ, ਕਿ ਇਹ ਮਿਲਣੀ ਚਾਹੀਦੀ ਹੈ, ਕਿਸਾਨ ਨੂੰ ਵੀ ਮਿਲੇਗਾ 5, ਪਰ ਉਹਦੇ 'ਤੇ ਮੇਰਾ ਖਿਆਲ ਹੈ ਉਹਨਾਂ ਨੇ ਜਾਂ ਤਾਂ ਪ੍ਰੋਪਰ ਤਰੀਕੇ ਦੇ ਨਾਲ ਉਹਨਾਂ ਨੂੰ ਗਾਈਡ ਨਹੀਂ ਕੀਤਾ ਗਿਆ, ਜਾਂ ਗਾਈਡ ਹੋਏ ਨਹੀਂ, ਜਾਂ ਪੜ੍ਹਿਆ ਉਹਦੇ ਬਾਰੇ ਜਾਣਕਾਰੀ ਪੂਰੀ ਲੈ ਕੇ ਨਹੀਂ ਆਏ। ਜੀ, ਜਿਹਦੇ 'ਚ ਇੱਕ ਗੱਲ ਤਾਂ ਇਹ ਹੈ ਕਿ ਮਨਰੇਗਾ ਤਹਿਤ ਇਹ ਗੱਲ ਠੀਕ ਹੈ ਕਿ 5 ਏਕੜ ਵਾਲਾ ਕਿਸਾਨ ਤੱਕ ਵੀ ਮਜ਼ਦੂਰ ਤਾਂ ਹੈ ਹੀ, ਅਤੇ ਉਹ ਵੀ ਆਪਣੀ ਦਿਹਾੜੀ ਲੈਣ ਦਾ ਹੱਕਦਾਰ ਹੈ। ਜੀ, ਪਰ ਜਿਹੜਾ ਉਹਦੇ ਲਈ ਦਿਹਾੜੀ ਮਿਲਦੀ ਹੈ ਹਜੇ ਤੱਕ ਉਹ ਘੱਟੋ ਘੱਟ ਉਜਰਤ ਦੇ ਬਰਾਬਰ ਨਹੀਂ ਮਿਲਦੀ। ਇਹ ਇੱਕ ਲਗਾਤਾਰ ਲੜਾਈ ਹੈ ਲੋਕਾਂ ਉਹ ਜਿਹੜੇ ਮਨਰੇਗਾ ਤੋਂ ਲਾਭ ਉਠਾ ਰਹੇ ਨੇ ਕਿ ਜੇ ਤੁਸੀਂ ਮਜ਼ਦੂਰੀ ਲਈ ਜੋ ਘੱਟੋ ਘੱਟ ਉਜਰਤ ਰੱਖੀ ਹੋਈ ਹੈ ਮਜ਼ਦੂਰ ਦੇ ਕੰਮ ਦੇ ਵਾਸਤੇ, ਤਾਂ ਮਨਰੇਗਾ 'ਚ ਵੀ ਪੂਰੀ ਹੋਵੇ। ਪਿਛਲੇ ਦਿਨਾਂ ਦੇ ਵਿੱਚ ਚੀਫ ਮਿਨਿਸਟਰ ਨੇ ਸਾਡੇ ਐਲਾਨਿਆ ਕਿ ਸਾਡੇ ਘੱਟੋ ਘੱਟ ਉਜਰਤ ਜਿਹੜੀ 415 ਰੁਪਏ ਹੋਏਗੀ। ਜੀ, ਸ਼ਾਇਦ ਉਹਨਾਂ ਦੀ ਇੱਕ ਜਾਤ ਤਾਂ ਇਹ ਰਹਿ ਗਈ ਕਿ ਉਹ 415 ਰੁਪਏ 400 ਉਹ ਦੇਣੀ ਹੈ ਅਤੇ ਉਹ ਦਿੱਤੀ ਜਾਏਗੀ। ਦੂਜਾ ਜਿਹੜਾ ਸਵਾਲ ਹੈ ਵੀ ਚਾਹੇ ਤੁਸੀਂ ਟੋਕਾ ਕਰੋ, ਚਾਹੇ ਤੁਸੀਂ ਪੱਠੇ ਕੁਤਰੋ, ਐ ਨਹੀਂ ਮਨਰੇਗਾ 'ਚ ਮਿਲਦੀ। ਉਹਦੇ 'ਚ ਇੱਕ ਪ੍ਰਸਕ੍ਰਾਈਬਡ ਇੱਕ ਤੈਅਸ਼ੁਦਾ ਕੰਮ ਨੇ। ਖੇਤੀ ਬਾਰੇ ਵੀ ਜਿਹੜੇ 5 ਏਕੜ ਤੋਂ ਘੱਟ ਨੇ 27-28 ਕੰਮ ਉਹਦੇ 'ਚ ਲਿਖੇ ਹੋਏ ਨੇ ਕਿ ਆਹ ਕੰਮ ਕੀਤੇ ਜਾ ਸਕਦੇ ਨੇ। ਬਿਨਾਂ ਸ਼ੱਕ ਉਹਦੇ 'ਚ ਬਹੁਤੇ ਕੰਮ ਉਹੋ ਜਿਹੇ ਨੇ ਜਿਹੜੇ ਖੇਤੀ ਨਾਲ ਰਿਲੇਟਡ, ਖਾਸ ਤੌਰ 'ਤੇ ਰੁੱਖ ਲਾਉਣ ਦਾ ਕੰਮ ਹੈ, ਪਾਣੀ ਬਚਾਉਣ ਦਾ ਕੰਮ ਹੈ, ਜ਼ਮੀਨ ਦੀ ਕੁਆਲਿਟੀ ਸੁਧਾਰਨ ਦਾ ਕੰਮ ਹੈ। ਔਰ ਇਸੇ ਤਰੀਕੇ ਦੇ ਨਾਲ ਜਿਹੜਾ ਚਾਹੇ ਤੁਸੀਂ ਔਰਗੈਨਿਕ ਫਾਰਮਿੰਗ ਕਰਦੇ ਹੋ ਉਹਦਾ ਜਿਹੜਾ ਉਹਦੇ 'ਚ ਸਿਸਟਮ ਹੈ, ਚਾਹੇ ਤੁਸੀਂ ਸਹਾਇਕ ਧੰਦੇ ਕਰਦੇ ਹੋ ਉਹਦਾ ਸਿਸਟਮ ਹੈ, ਕਈ ਕੰਮ ਹੈਗੇ ਨੇ ਉਹਦੇ 'ਚ। ਪਰ ਜੇ ਕੰਕਰੀਟ ਰੂਪ 'ਚ ਨਾਲ ਦੀ ਨਾਲ ਇਹ ਸਵਾਲ ਕਾਂਗਰਸ ਨੂੰ ਜਵਾਬਦੇਹ ਹੋਣਾ ਹੀ ਪੈਣਾ ਸ਼ੁਰੂ ਤੋਂ ਲੈ ਕੇ ਹੁਣ ਤੱਕ
ਕਿ ਹੁਣ ਕਿਉਂ ਨਹੀਂ ਉਹ ਮਨਰੇਗਾ ਦੇ ਤਹਿਤ ਕੰਮ ਤੁਹਾਡਾ ਗਵਰਨੈਂਸ ਜਾਂ ਬਾਕੀ ਦੇ ਲੋਕ ਕਰ ਰਹੇ। ਮੰਨ ਲਓ ਜੇਕਰ ਨਵਜੋਤ ਸਿੱਧੂ ਇਹ ਕਹਿੰਦੇ ਨੇ ਜੀ ਹੁਣ ਤੱਕ ਤਾਂ ਮੇਰੇ ਕੋਲ ਤਾਕਤ ਨਹੀਂ ਹੈ, ਮੈਨੂੰ ਜਿਵੇਂ ਹੋਮ ਮਿਨਿਸਟਰ ਬਣਾਓਗੇ, ਕਹਿੰਦਾ ਸਿਆਂਕ ਜੇ ਚੀਫ ਮਿਨਿਸਟਰ ਬਣਾ ਦਿਓ, ਤੁਹਾਡੇ ਕੋਲ ਪਾਰਟੀ ਹੈ ਜੀ, ਉਹ ਪਾਰਟੀ ਦੇ ਕੁਝ ਵਰਕਰ ਜਿਹੜੇ ਤੁਹਾਡੇ ਗਰੁੱਪ ਦੇ ਹੋਣ, ਅੱਜ ਤੱਕ ਪਿੰਡਾਂ 'ਚ ਮਨਰੇਗਾ ਦੇ ਲਈ ਕੋਈ ਸੋਝੀ, ਕੋਈ ਗੱਲ, ਕੋਈ ਕਿਤੇ ਨਾ ਕਿਤੇ ਚਲੰਤ, ਕੋਈ ਕੁਛ ਨਾ ਕੁਛ ਤਾਂ ਕਰਦੇ ਨਜ਼ਰ ਆਉਣੇ ਚਾਹੀਦੇ ਨੇ। ਆਫਟਰ ਆਲ ਇੰਪਲੀਮੈਂਟ ਤਾਂ ਉਹੀ ਲੋਕ ਕਰਨਗੇ ਨਾ। ਤੇ ਪੂਰੀ ਸਰਕਾਰ ਨੇ ਉਹਨੂੰ ਇੰਪਲੀਮੈਂਟ ਕਿਉਂ ਨਹੀਂ ਕੀਤਾ? ਜਾਂ ਹੁਣ ਵੀ ਕਾਨੂੰਨ ਦੇ ਮੁਤਾਬਕ ਕਾਨੂੰਨ ਦੀਆਂ ਧੱਜੀਆਂ ਕਿਉਂ ਉੱਡ ਰਹੀਆਂ ਨੇ? ਕੱਲਾ ਕੱਲਾ ਵਰਕਰ ਚੀਕ ਰਿਹਾ। 20,58,000 ਜੌਬ ਕਾਰਡ ਬਣੇ ਹੋਏ ਨੇ, ਅਜੇ ਵੀ ਤੁਸੀਂ ਕਿੰਨਿਆਂ ਨੂੰ ਦਿੰਦੇ ਹੋ? 12 ਲੱਖ ਨੂੰ ਵੀ ਨਹੀਂ ਦੇ ਰਹੇ, ਉਹ ਵੀ 22 ਦਿਨ ਕਿਉਂ ਦੇ ਰਹੇ ਹੋ? 100 ਦਿਨ ਕਿਉਂ ਨਹੀਂ ਦੇ ਰਹੇ? ਇਹ ਬੜੇ ਵੱਡੇ ਸਵਾਲ ਤਾਂ ਨੇ। ਔਰ ਜਿਹੜਾ ਬਣਿਆ ਹੋਇਆ ਕਾਨੂੰਨ ਹੈ ਇੱਕ ਫੰਡਾਮੈਂਟਲ ਰਾਈਟ ਹੈ, ਉਹ ਤੁਸੀਂ ਨਵਾਂ ਕੁਝ ਨਹੀਂ ਕਰਨਾ। ਉਹ ਬੁਨਿਆਦੀ ਅਧਿਕਾਰ ਵੀ ਲਾਗੂ ਨਹੀਂ ਹੈ ਤੁਹਾਡੇ ਟੋਟਲ ਗੌਰਮੈਂਟ ਦੇ ਵਿੱਚ, ਤੇ ਨਵੀਂ ਗੌਰਮੈਂਟ ਦੇ ਵਿੱਚ ਲਾਗੂ ਹੋਣ ਦਾ ਜਿਹੜਾ ਪ੍ਰਸ਼ਾਸਨਿਕ ਤਰੀਕਾ ਉਹ ਕੀ ਹੋਏਗਾ, ਇਹ ਇੱਕ ਸਵਾਲ ਕਰਦਾ। ਔਰ ਨਾਲ ਦੀ ਨਾਲ ਇਹੋ ਜਿਹੇ ਸਵਾਲ ਅੱਜ ਇੱਕ ਨਵਾਂ ਕੀਤਾ ਚੀਫ ਮਿਨਿਸਟਰ ਨੇ, ਚਰਨਜੀਤ ਸਿੰਘ ਚੰਨੀ ਨੇ, ਕਿਉਂਕਿ ਜਿੰਨੇ ਬੰਦੇ ਨੇ ਆਪੋ ਆਪਣੇ ਐਲਾਨ ਕਰ ਰਹੇ ਨੇ ਕਾਂਗਰਸ 'ਚ, ਇਹ ਨਹੀਂ ਪਤਾ ਲੱਗ ਰਿਹਾ ਕਿ ਕਿਹੜਾ ਕੋਈ ਇੱਕ ਐਲਾਨ ਪੂਰਾ ਹੋਣਾ, ਕਿਹੜਾ ਨਹੀਂ ਹੋਣਾ। ਅੱਜ ਫਗਵਾੜੇ 'ਚ ਜਾ ਕੇ ਉਹਨਾਂ ਨੇ ਐਲਾਨ ਕੀਤਾ ਕਿ ਅਸੀਂ ਕਾਨੂੰਨ ਬਣਾਉਣ ਜਾ ਰਹੇ ਹਾਂ, ਅੱਜ ਦੀ ਕੈਬਨਿਟ ਮੀਟਿੰਗ 'ਚ ਹੀ ਬਣ ਜਾਏਗਾ, ਤੇ ਅਸੀਂ 1 ਲੱਖ ਨੌਜਵਾਨਾਂ ਨੂੰ ਹਰ ਸਾਲ ਰੁਜ਼ਗਾਰ ਦੀ ਗਰੰਟੀ ਕਰਾਂਗੇ ਕਾਨੂੰਨੀ। ਜੀ, ਜੇ ਕਾਨੂੰਨੀ ਰੁਜ਼ਗਾਰ ਦੀ ਗਰੰਟੀ, ਇਹ ਬੜੇ ਦੇਰ ਦੀ ਨੌਜਵਾਨਾਂ ਦੀ ਮੰਗ ਹੈ, ਬਿਲਕੁਲ ਵਾਜਬ ਗੱਲ ਹੈ ਜੇ ਕਾਨੂੰਨ ਦੀ ਗਰੰਟੀ ਦੀ ਜਿਹੜੀ, ਜੇ ਰੁਜ਼ਗਾਰ ਦੀ ਗਰੰਟੀ ਹੋਏਗੀ ਕਾਨੂੰਨ ਦੀ। ਔਰ ਪਰ ਉਹ ਰੁਜ਼ਗਾਰ ਕਿੱਥੇ ਕਿੱਥੇ ਮਿਲੇਗਾ, ਕਿੱਥੋਂ ਆਏਗਾ, ਇਹ ਸਭ ਤੋਂ ਬੜਾ ਕੁਐਸਚਨ ਹੈ ਜੇ ਕਾਨੂੰਨ ਔਰ ਸਮਾਬੱਧ ਰੁਜ਼ਗਾਰ ਦਾ ਜਿਹੜਾ ਸਵਾਲ ਹੈ। ਪਰ ਉਹਨਾਂ ਨੇ ਨਾਲ ਕੀ ਕਿਹਾ, ਸੱਚ ਸਭ ਤੋਂ ਖਤਰਨਾਕ ਪਹਿਲੂ ਕੀ ਨੇ, ਕਿ ਤੁਹਾਡੀ ਸੋਚ ਪ੍ਰਣਾਲੀ 'ਚ ਕਿਵੇਂ ਦਿੱਕਤ ਹੈ ਸਾਡੇ ਪੋਲੀਟੀਕਲ ਲੀਡਰਸ਼ਿਪ ਦੀ। ਜਿਵੇਂ ਸੁਖਬੀਰ ਬਾਦਲ ਨੇ ਕਿਹਾ ਬਾਹਰ ਜਾਣ ਦੇ ਲਈ 10 ਲੱਖ ਰੁਪਇਆ ਦੇਵਾਂਗੇ ਬਿਨਾਂ ਵਿਆਜ ਕਰਜ਼ਾ, ਤੇ ਬਾਕੀ ਦੀਆਂ ਚੀਜ਼ਾਂ ਹੋਰ। ਉਹਨਾਂ ਨੇ ਇਹ ਕਿਹਾ ਕਿ ਅਸੀਂ ਮੁਫਤ ਕਰਾਵਾਂਗੇ ਆਈਲੈਟਸ ਟੋਟਲ ਬੱਚਿਆਂ ਨੂੰ, ਜਿੰਨੇ ਵੀ ਜਾਣਾ ਚਾਹੁੰਦੇ ਨੇ, ਬਾਹਰ ਭਾਲ ਕੇ ਦੇਵਾਂਗੇ, ਜਿੱਥੇ ਵੀ ਜ਼ਿਆਦਾ ਰੁਜ਼ਗਾਰ ਨੇ ਬਾਹਰ ਜਾਓ। ਕੀ ਤੁਸੀਂ ਇਹ ਸੀਰੀਅਸਨੈਸ ਤੱਕ ਨਹੀਂ ਹੈ ਜੇ ਸਾਡਾ ਪੋਲੀਟੀਸ਼ੀਅਨ ਆਇਆ ਹੁਣ ਤੱਕ ਕਿ ਪੰਜਾਬ ਉੱਜੜ ਰਿਹਾ ਜੀ? ਉਹਨੂੰ ਇਹ ਵੀ ਅਹਿਸਾਸ ਨਹੀਂ ਅਜੇ ਤੱਕ ਕਿ 1.5 ਲੱਖ ਬੱਚਾ ਆਲਰੇਡੀ ਜਾ ਰਿਹਾ ਬਾਹਰ, ਔਰ ਪੰਜਾਬ ਦੇ ਵਿੱਚੋਂ ਟੇਲੈਂਟ, ਪੰਜਾਬ ਦਾ ਪੈਸਾ, ਪੰਜਾਬ ਦਾ ਯੂਥ, ਪੰਜਾਬ ਦਾ ਭਵਿੱਖ ਲਗਾਤਾਰ ਜਾ ਰਿਹਾ ਹੈ। ਤੇ ਜੇ ਉਹ ਰਿਟੇਨ ਨਹੀਂ ਰਹੂਗਾ, ਜੇ ਇੱਥੇ ਨਹੀਂ ਆਊ, ਤਾਂ ਕਿਹੜਾ ਪੰਜਾਬ, ਕਿਹੜਾ ਪ੍ਰਫੁੱਲਤ ਕਿਸ ਤਰੀਕੇ ਨਾਲ ਹੋਏਗਾ? ਇਸੇ ਕਰਕੇ ਕਿ ਬਾਈਨਰੀ ਜਿਹੜੀ ਹੈ ਬਹੁਤ ਸੀਰੀਅਸ ਕੁਐਸਚਨ ਮੰਗਦੀ, ਡਿਬੇਟ ਮੰਗਦੀ ਹੈ ਇਹਨਾਂ ਚੋਣਾਂ 'ਚ 22 ਦਿਆਂ 'ਚ। ਸਾਡੇ ਟੋਟਲ ਪੋਲੀਟੀਸ਼ੀਅਨ ਚਾਹੇ ਇੱਕ ਪਾਸੇ ਹੋਣ ਜਿਹੜੇ ਬਾਹਰ ਧੱਕ ਰਹੇ ਨੇ ਨੌਜਵਾਨਾਂ ਨੂੰ, ਬਾਹਰਲਾ ਨੌਜਵਾਨ ਕੀ ਕਰ ਰਿਹਾ? ਜੇ ਕਿਸਾਨ ਅੰਦੋਲਨ ਦੀ ਮਦਦ ਕਰਦਾ ਕਰੇ ਵੀ, ਜੇ ਇੱਥੇ ਇਹੋ ਜਿਹਾ ਮਾਹੌਲ ਹੋ ਜੇ, ਇੱਥੇ ਚੱਜ ਦਾ ਰੁਜ਼ਗਾਰ ਮਿਲ ਜੇ, ਇੱਥੇ ਚੱਜ ਦੀ ਮਤਲਬ ਗਵਰਨੈਂਸ ਹੋ ਜੇ, ਇੱਥੇ ਸਾਡੇ ਕੰਮਾਂ ਦੇ ਵਿੱਚ ਕੋਈ ਐਂ ਦਖਲ ਅੰਦਾਜ਼ੀ ਕਦੇ ਪੁਲਿਸ ਕਦੇ ਕੋਈ ਨਾ ਕਰੇ, ਅਸੀਂ ਇੱਥੇ ਆਉਣ ਲਈ ਮਤਲਬ ਕਾਹਲੇ ਨੇ ਕਾਫੀ ਲੋਕ ਜਿਹੜੇ ਆ ਵੀ ਸਕਦੇ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ। ਔਰ ਅੰਦੋਲਨ ਦੇ ਵਿੱਚ ਕਿੰਨੇ ਲੋਕ ਆ ਕੇ ਬੈਠੇ ਵੀ ਕਿ ਇੱਥੇ ਦਾ ਸਿਸਟਮ ਬਦਲੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ। ਇਹ ਇੱਕ ਬਹੁਤ ਪ੍ਰੋਬਲਮੈਟਿਕ ਚੀਜ਼ ਹੈ ਕਿ ਤੁਸੀਂ ਕਿੱਧਰ ਲੈ ਕੇ ਜਾ ਰਹੇ ਹੋ ਉਸ ਪਾਸੇ ਵੱਲ। ਅਮਰਿੰਦਰ ਸਿੰਘ ਨੇ ਘਰ ਘਰ ਰੁਜ਼ਗਾਰ ਦੀ ਗੱਲ ਕੀਤੀ ਸੀ, ਉਹ ਰੁਜ਼ਗਾਰ ਕਿੱਥੇ ਗਿਆ? ਉਹ ਕਿਉਂ ਨਹੀਂ ਮਿਲਿਆ? ਕਿੱਥੇ ਕਮੀ ਰਹੇਗੀ? ਤੇ ਤੁਸੀਂ ਨਵਾਂ ਕੀ ਕਰ ਰਹੇ ਹੋ? ਔਰ ਸਵੈ ਰੁਜ਼ਗਾਰ ਦੇ ਸਵਾਲ ਨੇ, ਉਹ ਕਿਵੇਂ ਕਰੋਗੇ? ਕਿੱਥੇ ਕਿਵੇਂ ਬੰਦੇ, ਕਿਹੜੇ ਕਿਹੜੇ ਫੀਲਡ ਤੁਹਾਨੂੰ ਲੱਗਦੇ ਨੇ ਕਿ ਉਹ ਬੰਦੇ ਆਪ ਕਰ ਰਹੇ ਨੇ? ਕੋਈ ਰੋਡ ਮੈਪ, ਕੋਈ ਸਿਸਟਮ ਚਾਹੀਦਾ ਏਜੰਡੇ ਦੇ ਤੌਰ 'ਤੇ। ਇਹ ਮਤਲਬ ਟੱਲੇ ਮਾਰ ਪੋਲੀਟਿਕਸ ਹੈ। ਮੈਨੂੰ ਲੱਗਦਾ ਕਿ ਹੁਣ ਅੱਜ ਇੱਕ ਨੌਜਵਾਨਾਂ ਬਾਰੇ ਕੁਝ ਕਹਿਣਾ, ਇਹਦੇ ਬਾਰੇ ਬੋਲ ਦਿਓ, ਕੱਲ੍ਹ ਨੂੰ ਬੀਬੀਆਂ ਬਾਰੇ ਕੁਝ ਕਹਿਣਾ, ਉਹਦੇ ਬਾਰੇ ਬੋਲ ਦਿਓ। ਇਹ ਤਰੀਕੇ ਤੋਂ ਖਹਿੜਾ ਛਡਾਉਣ ਦਾ ਸਵਾਲ ਹੈ। ਇੱਕ ਗੱਲ 'ਤੇ ਕਲੈਰਿਟੀ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਤੁਸੀਂ ਇੱਕ ਰੁਜ਼ਗਾਰ ਦਿਓ, ਰੁਜ਼ਗਾਰ ਨੂੰ ਕਾਨੂੰਨੀ ਗਰੰਟੀ ਦਿਓ, ਪਰ ਬਾਹਰ ਭੇਜਣ ਵਾਲਾ ਦਾ ਸਵਾਲ ਜਿਹੜਾ ਉਹ ਰੁਜ਼ਗਾਰ ਨਹੀਂ ਹੁੰਦਾ। ਬਾਹਰ ਤੁਸੀਂ ਉਜਾੜਾ ਨਾ ਕਰੋ, ਨਾ ਧੱਕੋ ਲੋਕਾਂ ਨੂੰ। ਇਸੇ ਕਰਕੇ ਉਹ ਜਿਹੜੇ ਬੰਦੇ ਵੀ, ਜੇ ਨਵਜੋਤ ਸਿੱਧੂ ਨੇ ਵੀ ਜਦੋਂ ਕਿਹਾ, ਉਹਨਾਂ ਨੇ ਇਸ ਗੱਲ 'ਚ ਬਹੁਤ ਕਦੇ ਉਹ 28 ਜ਼ਿਲ੍ਹੇ ਬਾਰ-ਬਾਰ 3 ਵਾਰ ਅਨਾਉਂਸ ਕਰਤਾ ਕਿ 28 ਜ਼ਿਲ੍ਹੇ ਪੰਜਾਬ ਦੇ ਅਚਾਏ ਕਰਾਂਗੇ। ਔਰ ਕਦੇ ਟੰਗ ਸਲਿੱਪ ਹੋ ਜਾਂਦੀ ਹੈ, ਜੀਭ ਸਲਿੱਪ ਹੋ ਸਕਦੀ ਹੈ ਕਿਸੇ ਦੀ ਵੀ, ਕਦੇ ਵੱਧ ਜਾਂ ਕਦੇ, ਪਰ ਉਹਨੂੰ ਕਰੈਕਟ ਕਰਨਾ ਚਾਹੀਦਾ ਮੁੜ ਕੇ ਉਹਦੇ ਕਿਸੇ ਬੰਦੇ ਨੂੰ, ਜਾਂ ਉਹਨਾਂ ਨੂੰ ਹੀ ਤੁਰੰਤ ਇੱਕ ਵਾਰ ਗਲਤ ਬੋਲਿਆ ਜਾਂਦਾ ਤਾਂ ਦੂਜੀ ਵਾਰ ਇਹ ਚੀਜ਼ਾਂ ਹੋ ਜਾਂਦੀਆਂ ਨੇ। ਉਹ ਵੀ ਕਿਸੇ ਜਿਹੜੀ ਉਹ ਅਥੈਂਟਿਸਿਟੀ ਜਾਂ ਉਹ ਪ੍ਰਭਾਵ ਹੈ ਜਿਹੜਾ ਉਹਨੂੰ ਘਟਾਉਂਦੀਆਂ ਨੇ ਉਸ ਲੈਵਲ 'ਤੇ ਚੀਜ਼ਾਂ ਨੂੰ। ਅਤੇ ਨਾਲ ਦੀ ਨਾਲ ਇਹ ਹੈ ਕਿ ਜਦੋਂ ਤੁਸੀਂ ਇਸ ਪੱਧਰ ਦੇ ਉੱਤੇ ਗੱਲ ਕਰ ਰਹੇ ਹੋ ਜੀ, ਨਾਲ ਕਹਿੰਦੇ ਠੋਕੋ ਤਾੜੀ, ਤਾਂ ਮੈਂ ਇਹ ਕਹਿ ਰਿਹਾ ਕਿ ਜੋ ਬੋਲਿਆ ਜਾ ਰਿਹਾ ਸਾਹਮਣੇ ਵਾਲੀ ਆਡੀਅੰਸ ਨੂੰ ਤਾੜੀ ਠੋਕਣ 'ਚ ਕੋਈ ਉਹ ਗਲਤ ਗੱਲ ਨਹੀਂ ਹੈ, ਪਰ ਜਿਹੜਾ 1 ਸਕਿੰਟ ਲਈ ਦਿਮਾਗ ਦੇ ਵਿੱਚ ਤੇ ਬੋਝ ਪਾ ਲਓ ਕਿ ਹੋ ਸਕਦਾ ਜਾਂ ਨਹੀਂ, ਇਹ ਕਿਉਂ ਹੋ ਸਕਦਾ, ਇਹਦਾ ਫਰਕ ਕੀ ਹੈ, ਇਹਦੇ ਲਈ ਪੈਸਾ ਕਿੱਥੋਂ ਆ। ਜਦੋਂ ਪੰਜਾਬ ਦਾ ਬੰਦਾ ਇਹ ਸੋਚਣ ਲੱਗ ਗਿਆ 1 ਸਕਿੰਟ ਲਈ ਲੀਡਰ ਦੀ ਕਿਸੇ ਵੀ ਕਹੀ ਗੱਲ 'ਤੇ ਸੋਚ ਕੇ ਪਹਿਲਾਂ ਤੋਲੋ ਫਿਰ ਬੋਲੋ ਦਾ ਜਿਹੜਾ ਇੱਕ ਕੁਐਸਚਨ ਹੈ, ਤਾਂ ਮੇਰਾ ਖਿਆਲ ਹੈ ਤਾੜੀਆਂ ਦੀ ਗੜਗੜਾਹਟ ਵੀ ਕੰਪੈਰੇਟਿਵਲੀ ਘੱਟ ਜਾਏਗੀ, ਅਤੇ ਸਵਾਲਾਂ ਦੀ ਜਿਹੜਾ
ਪਾਸੇ ਲੋਕ ਜ਼ਿਆਦਾ ਚਲੇ ਜਾਣਗੇ। ਇਸ ਲਈ ਆਹ ਮੌਕਾ ਆਗੂਆਂ ਨੂੰ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਣ ਦਾ ਹੈ, ਕਿਉਂਕਿ ਤੁਸੀਂ ਵੋਟ ਲੈਣੀ ਹੈ ਜੀ ਇਹ ਮੌਕਾ ਵਨ ਵੇ ਟਰੈਕ ਵਾਲੀ ਮਤਲਬ ਭਾਸ਼ਣਬਾਜ਼ੀ ਦਾ ਨਹੀਂ, ਜਿਹੜਾ ਕਿ ਸਾਡੇ ਚੋਣਾਂ ਦੇ ਵਿੱਚ ਬਣ ਗਿਆ। ਜੀ ਇਸੇ ਕਰਕੇ ਇੱਕ ਬਹੁਤ ਬਿਹਤਰ ਤਰੀਕਾ ਹੋਣਾ ਚਾਹੀਦਾ ਹੈ, ਕਿਤੇ ਸਾਰੇ ਲੀਡਰਾਂ ਨੂੰ ਇਕੱਠੇ ਪ੍ਰਧਾਨਾਂ ਨੂੰ ਬੁਲਾ ਕੇ ਕੋਈ ਸਿਵਲ ਸੁਸਾਇਟੀ ਕੋਈ ਕੁਛ ਕਹੇ ਕਿ ਤੁਸੀਂ ਬੈਠੋ, ਆਪੋ ਆਪਣੇ ਪਾਰਟੀ ਦਾ ਪ੍ਰੋਗਰਾਮ ਦੱਸ ਦਿਓ, ਜੋ ਵੀ ਤੁਹਾਨੂੰ ਚੰਗਾ ਲੱਗਦਾ, ਲੋਕ ਸਵਾਲ ਕਰ ਲੈਣ ਕਿ ਤੁਸੀਂ ਕਿਵੇਂ ਕਰ ਰਹੇ ਹੋ। ਕੋਈ ਨਾ ਕੋਈ ਤਰੀਕਾ ਇਵੋਲਵ ਇਸ ਲੈਵਲ 'ਤੇ ਕਰਨ ਦੀ ਲੋੜ ਹੈ। ਜੀ ਹਮੀਰ ਜੀ, ਇਹਦੇ ਨਾਲ ਹੀ ਜੇਕਰ ਦੇਖੀਏ ਤਾਂ ਮੌਜੂਦਾ ਦਿਨਾਂ 'ਚ ਜਿਹੜੇ ਸਤਪਾਲ ਮਲਿਕ ਮੇਘਾਲਿਆ ਦੇ ਰਾਜਪਾਲ ਨੇ, ਉਹ ਬਹੁਤ ਚਰਚਾ 'ਚ ਰਹੇ ਨੇ। ਉਹ ਪਹਿਲਾਂ ਵੀ ਕਿਸਾਨ ਅੰਦੋਲਨ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਵਾਰ-ਵਾਰ ਘੇਰਦੇ ਦਿਖੇ ਨੇ, ਅਤੇ ਮੁੜ ਉਹਨਾਂ ਨੇ ਫਿਰ ਜਿਹੜਾ ਹੈਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਲੈ ਕੇ ਟਿੱਪਣੀ ਕੀਤੀ ਹੈ, ਜਿਸ ਦੀ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ। ਅਸੀਂ ਜਾਣਨਾ ਚਾਹਾਂਗੇ ਉਹਨਾਂ ਨੇ ਕੀ ਟਿੱਪਣੀ ਕੀਤੀ ਹੈ ਅਤੇ ਉਹ ਪੂਰਾ ਮਾਮਲਾ ਕੀ। ਅਸਲ ਦੇ ਵਿੱਚ ਉਹਨਾਂ ਨੇ ਕਿਹਾ, ਹੁਣ ਵੀ ਲੇਟੈਸਟ ਉਹਨਾਂ ਦਾ ਸਨਮਾਨ ਸੀਗਾ ਇੱਥੇ ਚਰਖੀ ਦਾਦਰੀ ਦੇ ਵਿੱਚ, ਉਹਨਾਂ ਨੇ ਕਿਹਾ ਜਦੋਂ ਮੈਂ ਪ੍ਰਧਾਨ ਮੰਤਰੀ ਨੂੰ ਮਿਲਣ ਗਿਆ ਤਾਂ ਪ੍ਰਧਾਨ ਮੰਤਰੀ ਦਾ ਜਿਹੜਾ ਐਟੀਟਿਊਡ ਸੀ ਉਹ ਕਾਫੀ ਮਤਲਬ ਹੱਠ ਧਰਮੀ ਵਾਲਾ ਅਤੇ ਕਾਫੀ ਜ਼ਿਆਦਾ ਉਹ ਸੀ, ਮਤਲਬ ਤੰਗ ਸੀ, ਨਾਰਾਜ਼ਗੀ ਵਾਲਾ। ਗੱਲ ਨਹੀਂ ਸੁਣੀ ਉਹਨਾਂ ਨੇ ਮੇਰੀ, ਜੀ ਔਰ ਗੱਲ ਨਹੀਂ ਸੁਣੀ। ਅਤੇ ਜਦੋਂ ਮੈਂ 5 ਮਿੰਟ 'ਚ ਹੀ ਸਾਡੀ ਲੜਾਈ ਹੋ ਗਈ ਇੱਕ ਟਾਈਪ ਦੀ, ਕਿ ਮੈਂ ਕਿਹਾ ਵੀ ਇਹ ਛੋਟੀ ਗੱਲ ਨਹੀਂ, 500 ਕਿਸਾਨਾਂ ਦੀ ਜਾਨ ਗਈ ਹੈ। ਅਤੇ ਉਹਨਾਂ ਦਾ ਜਵਾਬ ਸੀ, ਮਤਲਬ ਮਲਿਕ ਦੇ ਕਹਿਣ ਮੁਤਾਬਕ ਪ੍ਰਧਾਨ ਮੰਤਰੀ ਦਾ ਜਵਾਬ ਸੀ ਵੀ ਉਹ 500 ਮੇਰੇ ਕਰਕੇ ਮਰੇ ਨੇ। ਇਹ ਇੱਕ ਸੰਵੇਦਨਹੀਣਤਾ ਦੀ ਇੱਕ ਪ੍ਰਤੱਖ ਉਦਾਹਰਨ ਹੈ। ਨਾਲ ਹੀ ਮੈਨੂੰ ਕਹਿਤਾ ਕਿ ਤੂੰ ਅਮਿਤ ਸ਼ਾਹ ਨੂੰ ਮਿਲੋ। ਜੀ ਉਹ ਨਾਲ ਜਦੋਂ ਅਮਿਤ ਸ਼ਾਹ ਦੇ ਕੋਲ ਆਏ, ਅਤੇ ਅਮਿਤ ਸ਼ਾਹ ਦੇ ਕੋਲ ਆ ਕੇ ਵੀ ਉਹਨਾਂ ਨੇ ਪਹਿਲੇ ਦਿਨ ਤਾਂ ਇਹ ਕਿਹਾ ਸੀ ਕਿ ਜਦੋਂ ਮੈਂ ਅਮਿਤ ਸ਼ਾਹ ਦੇ ਕੋਲ ਆਇਆ ਤਾਂ ਉਹਨਾਂ ਨੇ ਕਿਹਾ ਵੀ ਉਹ ਤਾਂ ਉਹਨਾਂ ਦੇ ਤਾਂ ਉਹ ਤਾਂ ਹਿੱਲੇ ਹੋਏ ਨੇ ਅਤੇ ਇਸ ਲਈ ਨਹੀਂ ਮੰਨਦੇ, ਹੌਲੀ ਹੌਲੀ ਮੰਨ ਜਾਣਗੇ। ਪਰ ਕੱਲ੍ਹ ਉਹਨਾਂ ਦਾ ਇੱਕ ਸਪਸ਼ਟੀਕਰਨ ਆ ਗਿਆ। ਜੀ ਹਾਲਾਂਕਿ ਗੱਲ 'ਚ ਕੋਈ ਬਹੁਤਾ ਫਰਕ ਨਹੀਂ ਹੈ ਮੇਰਾ ਖਿਆਲ ਹੈ, ਔਰ ਉਹਨਾਂ ਨੇ ਸਪਸ਼ਟੀਕਰਨ ਇਹ ਦਿੱਤਾ ਕਿ ਅਮਿਤ ਸ਼ਾਹ ਜੀ ਦੇ ਦਿਮਾਗ ਦੇ ਵਿੱਚ ਮੋਦੀ ਜੀ ਦਾ ਬਹੁਤ ਜ਼ਿਆਦਾ ਸਨਮਾਨ ਹੈ। ਉਹਨਾਂ ਨੇ ਕੋਈ ਕਿਸੇ ਵੀ ਐਸੀ ਭਾਵਨਾ ਦੇ ਦੁਰਭਾਵਨਾ ਦੇ ਤਹਿਤ ਨਹੀਂ ਕਹੀ ਗੱਲ, ਪਰ ਨਾਲ ਉਹਨਾਂ ਨੇ ਇਹ ਕਿਹਾ ਕਿ ਲੋਕ ਉਹਨਾਂ ਨੂੰ ਗੁੰਮਰਾਹ ਕਰ ਰਹੇ ਨੇ, ਔਰ ਜਦੋਂ ਵੀ ਉਹਨਾਂ ਨੂੰ ਪਤਾ ਲੱਗ ਗਿਆ ਕਿਸਾਨਾਂ ਦਾ ਤੇ ਨਕਮੇਲਾਂ ਬਾਰੇ ਕੀ ਭਾਵਨਾ ਹੈ ਤਾਂ ਉਹ ਇਸ ਗੱਲ 'ਤੇ ਆ ਜਾਣਗੇ। ਜੀ ਇਹਦਾ ਮਤਲਬ ਗੱਲ ਤਾਂ ਉਹੀ ਹੈ, ਲੋਕਾਂ ਨੇ ਗੁੰਮਰਾਹ ਕੀਤਾ ਜਾਣਾ। ਜ਼ਮੀਨ 'ਚ ਪ੍ਰਧਾਨ ਮੰਤਰੀ ਗੁੰਮਰਾਹ ਕੋਨ ਤਰੀਕੇ ਨਾਲ ਚੱਲਿਆ ਹੁਣ ਤੱਕ, ਫਿਰ ਉਹ ਲੋਕ ਕਿਹੜੇ ਨੇ? ਜੀ ਬਿਲਕੁਲ। ਇਹ ਵੀ ਇੱਕ ਅਗਲਾ ਕੁਐਸਚਨ ਆਉਂਦਾ ਕਿ ਜਵਾਬ ਦੇ। ਇਹਦੇ 'ਤੇ ਆਪੋਜੀਸ਼ਨ ਨੇ ਜਿਹੜਾ ਸਵਾਲ ਇਹ ਪੁੱਛਿਆ ਲਗਾਤਾਰ ਕਿ ਕੀ ਇਹ ਸਹੀ ਹੈ? ਜੇ ਇਹ ਗੱਲ ਸਹੀ ਹੈ, ਦੋ ਸੰਵਿਧਾਨਕ ਅਹੁਦੇ 'ਤੇ ਬਿਰਾਜਮਾਨ ਲੋਕਾਂ ਬੰਦਿਆਂ ਦੇ ਵਿੱਚ ਇੱਕ ਗੱਲਬਾਤ ਹੁੰਦੀ ਹੈ, ਪ੍ਰਧਾਨ ਮੰਤਰੀ ਨੇ ਤਾਂ ਅੱਜ ਤੱਕ ਜਾਂ ਗ੍ਰਹਿ ਮੰਤਰੀ ਨੇ ਕੋਈ ਇਹਦੇ 'ਤੇ ਆਪਣਾ ਸਪਸ਼ਟੀਕਰਨ ਦਿੱਤਾ ਨਹੀਂ। ਜੀ ਜੇ ਨਹੀਂ ਦਿੱਤਾ ਤੁਸੀਂ ਖਾਮੋਸ਼ ਹੋ, ਇਹਦਾ ਮਤਲਬ ਗਵਰਨਰ ਦੀ ਗੱਲ ਸਹੀ ਹੈ। ਜੇ ਗਵਰਨਰ ਦੀ ਗੱਲ ਸਹੀ ਹੈ ਤਾਂ ਕਿਸ ਲੈਵਲ ਦੇ ਐਟੀਟਿਊਡ ਨਾਲ ਤੁਸੀਂ ਚਲਾ ਰਹੇ ਹੋ ਅਤੇ ਕਿਸ ਲੈਵਲ ਦੀ ਮਾਨਸਿਕਤਾ ਸਧਾਰਨ ਆਮ ਲੋਕਾਂ ਲਈ ਰੱਖ ਰਹੇ ਹੋ, ਇਹ ਬਹੁਤ ਖਤਰਨਾਕ ਇੱਕ ਪਹਿਲੂ ਹੈ। ਇਹਦੇ 'ਤੇ ਗੱਲ ਜਿਹੜੀ ਜਵਾਬਦੇਹੀ ਹੈ ਉਹ ਤੈਅ ਹੋਣੀ ਚਾਹੀਦੀ ਹੈ, ਪਾਰਲੀਮੈਂਟ ਦੇ ਅੰਦਰ ਵੀ, ਪਾਰਲੀਮੈਂਟ ਤੋਂ ਬਾਹਰ ਵੀ। ਈਵਨ ਬੀਜੇਪੀ ਨੂੰ ਵੀ ਆਪਣੇ ਆਗੂਆਂ ਦੀ ਜਵਾਬਦੇਹੀ ਅੰਦਰੂਨੀ ਤੌਰ 'ਤੇ ਤੈਅ ਕਰਨੀ ਚਾਹੀਦੀ ਹੈ। ਜੀ ਹਮੀਰ ਜੀ, ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸੰਯੁਕਤ ਸਮਾਜ ਮੋਰਚੇ ਨੇ ਆਪਣੀ ਗਤੀਵਿਧੀਆਂ ਤੇਜ਼ ਕਰ ਦਿੱਤੀਆਂ ਨੇ, ਜਿਨ੍ਹਾਂ ਵੱਲੋਂ ਜਲੰਧਰ 'ਚ ਇੱਕ ਵੱਡੀ ਮੀਟਿੰਗ ਵੀ ਕੀਤੀ ਗਈ ਅਤੇ ਉਹਨਾਂ ਦੇ ਜਿਹੜਾ ਹੈ ਕਈ ਤਰ੍ਹਾਂ ਦੇ ਚਰਚੇ ਵੀ ਚੱਲ ਰਹੇ ਨੇ। ਕੋਈ ਕਹਿ ਰਿਹਾ ਉਹ ਆਮ ਆਦਮੀ ਪਾਰਟੀ ਨਾਲ ਗੱਠਜੋੜ ਕਰਨ ਜਾ ਰਹੇ ਨੇ, ਜਾਂ ਕੋਈ ਤਰ੍ਹਾਂ ਦੇ ਹੋਰ ਵੀ ਜਿਹੜਾ ਹੈਗਾ ਤਰ੍ਹਾਂ ਦੀ ਗੱਲਾਂ ਸਾਹਮਣੇ ਆ ਰਹੀਆਂ, ਪਰ ਕੋਈ ਉਹਨਾਂ ਦਾ ਸਟੈਂਡ ਜਿਹੜਾ ਹੈਗਾ ਸਥਿਤੀ ਸਪਸ਼ਟ ਨਹੀਂ ਹੋ ਪਾ ਰਹੀ। ਅਸੀਂ ਜਾਣਨਾ ਚਾਹਾਂਗੇ ਕਿ ਸੰਯੁਕਤ ਸਮਾਜ ਮੋਰਚੇ ਦੀ ਹੁਣ ਤੱਕ ਦੀ ਕਾਰਗੁਜ਼ਾਰੀ ਨੂੰ ਤੁਸੀਂ ਕਿਵੇਂ ਦੇਖੋਗੇ? ਜਿਹੜਾ ਤਾਂ ਜਲੰਧਰ ਦੇ ਵਿੱਚ ਇਕੱਠ ਹੋਇਆ ਸੰਯੁਕਤ ਸਮਾਜ ਮੋਰਚੇ ਦੇ ਨਾਂ 'ਤੇ, ਅਲੱਗ-ਅਲੱਗ ਜਥੇਬੰਦੀਆਂ ਨੂੰ ਬੁਲਾਇਆ, ਜਥੇਬੰਦੀਆਂ ਗਈਆਂ ਵੀ ਕਾਫੀ ਹੱਦ ਤੱਕ। ਉੱਥੇ ਤਾਂ ਕਲੀਅਰ ਕੱਟ ਆਵਾਜ਼ ਜਿਹੜੇ ਵੀ ਬੰਦੇ ਬੋਲਦੇ ਸੀ ਇਹੀ ਬੋਲਦੇ ਨਜ਼ਰ ਆਏ ਕਿ ਉਹ ਕਿਸੇ ਵੀ ਪਾਰਟੀ ਨਾਲ ਨਹੀਂ ਕਰਨਗੇ। ਜਿਹੜਾ ਪਹਿਲੇ ਦਿਨ ਉਹਨਾਂ ਨੇ ਇੱਥੇ ਇੱਕ ਐਲਾਨ ਕੀਤਾ ਸੀ, ਜਿਹੜੇ ਦਿਨ ਸੰਯੁਕਤ ਸਮਾਜ ਮੋਰਚਾ ਬਣਾਇਆ ਕਿ ਅਸੀਂ 117 ਸੀਟਾਂ 'ਤੇ ਆਪ ਲੜਾਂਗੇ, ਉਸ ਗਰੁੱਪ ਦਾ ਉਹੀ ਨਜ਼ਰ ਆ ਰਿਹਾ। ਪਰ ਦੂਜੇ ਪਾਸੇ ਕਈ ਗਰੁੱਪ ਦੇ ਆਗੂਆਂ ਦੇ ਵੱਲੋਂ ਬਾਰ-ਬਾਰ ਇੰਟਰਵਿਊ ਆ ਰਹੀ ਹੈ, ਬਾਕੀ ਦੀਆਂ ਚੀਜ਼ਾਂ ਆ ਰਹੀਆਂ ਨੇ, ਜਿਵੇਂ ਬਲਬੀਰ ਸਿੰਘ ਰਾਜੇਵਾਲ ਉਹਨਾਂ ਦੀ ਵੀ ਇੰਟਰਵਿਊ 1-2 ਉਹਦੇ 'ਤੇ ਆਈ ਹੈ। ਅਤੇ ਸਾਡੀ ਗੱਲਬਾਤ ਜੇ ਚੱਲਦੀ ਹੈ, ਫਾਈਨਲ ਨਹੀਂ, ਨਾ ਟੁੱਟੀ ਹੈ ਅਤੇ ਨਾ ਕੁਝ ਬਣੀ, ਮਤਲਬ ਹੋਈ ਹੈ, ਇਸ ਲੈਵਲ ਦੀ ਗੱਲਬਾਤ ਵੀ ਆਈ ਹੈ। ਹੁਣ ਇਹ ਲਗਾਤਾਰ ਡਿਲੇ ਕਰਨਾ, ਲਗਾਤਾਰ ਅੱਗੇ ਚੱਲੀ ਜਾਣਾ ਇੱਕ ਕਨਫਿਊਜ਼ਨ ਤਾਂ ਕ੍ਰੀਏਟ ਕਰਦਾ ਨਾ ਕਿ ਸਮਾਜ ਮੋਰਚਾ ਕੀ ਕਰੂਗਾ। ਸਮਾਜ ਮੋਰਚਾ ਦੇ ਵਿੱਚ ਜਿਹੜੇ ਬੰਦੇ ਖੜ੍ਹੇ ਨੇ, ਜਾਂ ਜਿਹੜਾ ਅਜੇ ਪਹਿਲਾਂ ਹੀ ਉਹ ਦੇਰੀ 'ਚ ਚੱਲ ਰਿਹਾ ਮੇਰਾ ਖਿਆਲ ਹੈ ਇੱਕ ਪ੍ਰੋਸੈਸ, ਜਦੋਂ ਸਾਰੀਆਂ ਪਾਰਟੀਆਂ ਧੜਾ ਧੜ ਅਨਾਊਂਸਮੈਂਟਾਂ 'ਤੇ ਲੱਗੀਆਂ ਨੇ, ਰੈਲੀਆਂ 'ਤੇ ਲੱਗੀਆਂ ਨੇ, ਬਾਕੀ ਗੱਲਾਂ 'ਤੇ ਲੱਗੀਆਂ ਨੇ। ਸਮਾਜ ਮੋਰਚੇ ਦੇ ਪਹਿਲਾਂ ਆਪਣੀਆਂ ਮੀਟਿੰਗਾਂ 'ਚੋਂ ਸਮਾਜ ਮੋਰਚਾ ਨਹੀਂ ਨਿਕਲਿਆ, ਜਦੋਂ ਨਿਕਲਿਆ ਆ ਉਦੋਂ ਵੀ ਅਜੇ ਡਿਲੇ ਦਾ ਇੱਕ ਪ੍ਰੋਸੈਸ ਜਾਰੀ ਹੈ। ਇਹਦੇ 'ਚੋਂ ਇਹ ਲੱਗ ਰਿਹਾ ਕਿ ਅਜੇ ਉਹ ਪੂਰੇ ਮੋਰਚੇ ਦੀ ਵੀ
ਜਿਹੜੀ 20 21 22 ਜਥੇਬੰਦੀਆਂ ਨੇ ਉਹਨਾਂ ਦੀ ਸਹਿਮਤੀ ਨਹੀਂ ਬਣ ਪਾ ਰਹੀ ਕਿ ਆਪ ਨਾਲ ਜਾਣਾ ਨਹੀਂ ਜਾਣਾ। ਔਰ ਆਪ ਵੀ ਕੀ ਦੇਗੀ ਮੈਨੂੰ ਨਹੀਂ ਸਮਝ ਆਉਂਦੀ ਕਿ ਆਪ ਦੇ ਵਿੱਚ ਹੁਣ 101 ਸੀਟਾਂ ਅਨਾਉਂਸ ਹੋ ਗਈਆਂ ਨੇ, ਬਿਲਕੁਲ ਹੈ ਨਾ, ਉਨੀਆਂ ਕੁ ਰਹਿ ਗਈਆਂ। ਉਹਦੇ 'ਚੋਂ ਜੇ ਭਗਵੰਤ ਮਾਨ ਤੇ ਹੋਰ ਰਹਿੰਦੇ ਨੇ ਉਹ ਵੀ ਅਨਾਉਂਸ ਕਰਨੀਆਂ ਹੀ ਨੇ, ਉਹ ਤਾਂ ਉਹਨਾਂ ਨੇ ਜਿਹੜੇ ਮੇਨ ਬੰਦਿਆਂ ਦੀ ਤਾਂ ਨਹੀਂ ਹੈ। ਤਾਂ ਇਹਨਾਂ ਨੂੰ ਕੀ ਮਿਲੂਗਾ ਪਤਾ ਨਹੀਂ ਹੁਣ ਤੱਕ ਕਿਸਾਨ ਮੋਰਚੇ ਨੂੰ ਕੋਈ ਮਿਲੂਗਾ ਜਾਂ ਨਹੀਂ, ਔਰ ਜੇ ਮਿਲੂਗਾ ਵੀ ਤਾਂ ਕੀ ਪ੍ਰੋਗਰਾਮ ਦੇ ਆਧਾਰ 'ਤੇ ਇਹਨਾਂ ਦੀ ਸਹਿਮਤੀ ਆਪ ਦੇ ਏਜੰਡੇ ਨਾਲ ਹੋਏਗੀ, ਜਿਹੜੀਆਂ ਫਰੀ ਵੀ ਜਿਸ ਤਰੀਕੇ ਦੇ ਨਾਲ ਉਹ ਚੱਲਦੇ ਨੇ ਤੇ ਕੀ ਹੋਏਗੀ ਕਿ ਨਹੀਂ। ਕੀ ਇਹ ਏਜੰਡਾ ਆਧਾਰਿਤ ਇਲੈਕਸ਼ਨ ਦਾ ਪ੍ਰੋਸੈਸ ਲੈ ਕੇ ਚੱਲਿਆ ਸਮਾਜ ਮੋਰਚਾ, ਜਾਂ ਵਿਦਆਊਟ ਏਜੰਡੇ ਉਵੇਂ ਇੱਕ ਤਰੀਕਾ ਕੱਢਣ ਦੀ ਕੋਸ਼ਿਸ਼ ਹੈ ਕੁਝ ਆਗੂਆਂ ਵੱਲੋਂ। ਔਰ ਜੇ ਵਿਦਆਊਟ ਏਜੰਡੇ ਕੇਵਲ ਸੱਤਾ 'ਚ ਜਾਣਾ ਹੀ ਇੱਕ ਮਕਸਦ ਬਣ ਗਿਆ ਤਾਂ ਕੋਈ ਅਲਟਰਨੇਟਿਵ ਪੋਲੀਟਿਕਸ ਨਹੀਂ ਹੈ, ਕੋਈ ਬਦਲਵੀਂ ਪੋਲੀਟਿਕਸ ਨਹੀਂ ਹੈ। ਫਿਰ ਉਹਦੇ ਨਾਲ ਹਾਲਾਤ ਬਦਲਣ ਲੱਗੇ ਨਹੀਂ, ਠੀਕ ਤਰੀਕਾ ਨਹੀਂ ਆਏਗਾ ਜੀ। ਜੇਕਰ ਏਜੰਡੇ 'ਤੇ ਤਾਂ ਇਹਨਾਂ ਨੂੰ ਨੰਗੇ ਧੜ ਆਪਣੇ ਤਰੀਕੇ ਨਾਲ ਹੋਰ ਮਜ਼ਦੂਰ ਵਪਾਰੀ ਕਿਸਾਨਾਂ ਨੂੰ ਉਹਨਾਂ ਦੀਆਂ ਜਥੇਬੰਦੀਆਂ ਨੂੰ ਨਾਲ ਲੈ ਕੇ ਲੋਕਾਂ 'ਚ ਇੱਕ ਏਜੰਡਾ ਤੱਕਣਾ ਚਾਹੀਦਾ ਕਿ ਆਹ ਸਾਰੀਆਂ ਧਿਰਾਂ ਤੋਂ ਅਸੀਂ ਕਿਉਂ ਇਹਨਾਂ ਨਾਲ ਲੜ ਕੇ ਆਏ ਹਾਂ ਅਤੇ ਸਾਡਾ ਏਜੰਡਾ ਭਵਿੱਖ ਦਾ ਪੰਜਾਬ ਦਾ ਆ ਹੈ, ਤਾਂ ਉਹਦੇ 'ਚ ਜਾਣਾ ਚਾਹੀਦਾ। ਅਜੇ ਵੀ ਦੇਰੀ ਹੋ ਰਹੀ ਹੈ, ਜਿੰਨੀ ਜਲਦੀ ਇਹ ਕਲੈਰਿਟੀ ਹੋਏਗੀ, ਸਪਸ਼ਟਤਾ ਲੋਕਾਂ 'ਚ ਆਏਗੀ, ਓਨਾ ਕੁ ਮੈਨੂੰ ਲੱਗਦਾ ਪੰਜਾਬ ਦੇ ਭਵਿੱਖ ਦੇ ਲਈ ਵੀ, ਸੰਯੁਕਤ ਸਮਾਜ ਮੋਰਚੇ ਲਈ ਵੀ, ਅਤੇ ਬਾਕੀ ਦੇ ਲੋਕ ਜਿਹੜੇ ਅਜੇ ਦੇਖ ਰਹੇ ਨੇ ਵੀ ਕੁਝ ਹੋਏਗਾ ਜਾਂ ਨਹੀਂ, ਉਹਨਾਂ ਸਭ ਲਈ ਉਹ ਬਿਹਤਰ ਹੋਏਗਾ। ਜਿੰਨਾ ਡਿਲੇ ਹੁੰਦਾ ਜਾਏਗਾ ਓਨਾ ਹੀ ਸਮਝ ਲਓ ਤੁਸੀਂ ਚੁੰਗਲ 'ਚ ਫਸਦੇ ਜਾ ਰਹੇ ਹੋ ਟਰਡੀਸ਼ਨਲ ਪਾਰਟੀਆਂ ਦੇ, ਅਤੇ ਉਹਨਾਂ ਦੇ ਹੱਕ 'ਚ ਭੁਗਤ ਰਹੇ ਹੋ। ਜੀ ਹਮੀਰ ਜੀ, ਇਹਦੇ ਨਾਲ ਹੀ ਗੱਲ ਕਰੀਏ ਕਰੋਨਾ ਵਾਇਰਸ ਦੀ, ਜਿਹਦੇ ਕਿ ਦੇਸ਼ ਦੇ ਵਿੱਚ ਕੇਸ ਮੁੜ ਜਿਹੜੇ ਹੈਗੇ ਦੁਬਾਰਾ ਵਧਣੇ ਸ਼ੁਰੂ ਹੋ ਗਏ ਨੇ ਅਤੇ ਖਦਸ਼ਾ ਜਤਾਇਆ ਜਾ ਰਿਹਾ ਕਿ ਤੀਜੀ ਲਹਿਰ ਆ ਚੁੱਕੀ ਹੈ ਭਾਰਤ ਦੇਸ਼ ਦੇ ਵਿੱਚ। ਅਤੇ ਗੱਲ ਕਰੀਏ ਪੰਜਾਬ ਦੀ, ਪੰਜਾਬ ਵਿੱਚ ਵੀ ਕੇਸ ਵੱਡੀ ਗਿਣਤੀ 'ਚ ਵੱਧ ਰਹੇ ਨੇ ਅਤੇ ਪੰਜਾਬ ਸਰਕਾਰ ਵੱਲੋਂ ਨਾਈਟ ਕਰਫਿਊ ਵੀ ਲਗਾ ਦਿੱਤਾ ਗਿਆ, ਹੋਰ ਵੀ ਕਈ ਤਰ੍ਹਾਂ ਦੀ ਜਿਹੜੇ ਹੈਗੇ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਨੇ। ਅਸੀਂ ਜਾਣਨਾ ਚਾਹਾਂਗੇ ਕਰੋਨਾ ਦਾ ਇਸ ਟਾਈਮ ਕੀ ਸਥਿਤੀ ਚੱਲ ਰਹੀ ਹੈ। ਅਸਲ ਦੇ ਵਿੱਚ ਇੱਕ ਗੱਲ ਤਾਂ ਇਹ ਨਹੀਂ ਸਮਝ ਆਉਂਦੀ ਕਿ ਕਾਫੀ ਲੰਬੇ ਸਮੇਂ ਤੋਂ ਤੁਸੀਂ ਤੁਰੰਤ ਇੱਕੋ ਦਮ ਕਿ ਇੱਕ ਮੈਡੀਕਲ ਕਾਲਜ 'ਚ 100 ਆ ਗਿਆ, ਕਿਤੇ ਥਾਪਰ ਕਾਲਜ 'ਚ ਇੰਨੇ ਆ ਗਏ, ਤਾਂ ਇੱਕੋ ਦਮ ਇੰਨੇ ਕਿਵੇਂ ਆਏ? ਅਤੇ ਇਹਦੇ ਪਿੱਛੇ ਇਦੋਂ ਪਹਿਲਾਂ ਇਹਦਾ ਮਤਲਬ ਕੋਈ ਟੈਸਟਿੰਗ ਜਾਂ ਜੋ ਵੀ ਤੁਸੀਂ ਜਿਹੜੇ ਇਤਿਹਾਦ ਦੇ ਮਈਅਰ ਲੈ ਰਹੇ ਸੀ ਉਹ ਨਹੀਂ ਲੈ ਰਹੇ ਸੀ ਜੀ। ਅਤੇ ਫਿਰ ਇੱਕੋ ਦਮ ਤੁਸੀਂ ਕਰਫਿਊ 'ਤੇ ਚਲੇ ਜਾਂਦੇ ਹੋ, ਇੱਕੋ ਦਮ ਬਾਕੀ ਦੀਆਂ ਚੀਜ਼ਾਂ 'ਤੇ ਚਲੇ ਜਾਂਦੇ ਹੋ, ਹੋਰ ਸਾਰੀਆਂ ਚੀਜ਼ਾਂ ਨੇ। ਦੂਜੀ ਗੱਲ, ਅਜੇ ਵੀ ਵੱਡੀਆਂ ਰੈਲੀਆਂ ਵੀ ਫਿਰ ਹੋ ਰਹੀਆਂ ਨੇ ਜੀ। ਅਤੇ ਰਾਤ ਦੇ ਕਰਫਿਊ 'ਚ ਤਾਂ ਰੈਲੀ ਥੋੜ੍ਹੀ ਹੋ ਰਹੀ ਹੈ ਉਸ ਪੱਧਰ ਦੇ ਉੱਤੇ। ਪ੍ਰਧਾਨ ਮੰਤਰੀ ਦੀ ਰੈਲੀ ਦਾ ਵੀ ਪਤਾ ਨਹੀਂ ਕੀ ਬਣਨਾ, ਅਤੇ ਰੋਜ਼ ਹੁਣ ਅੱਜ ਇਹਨਾਂ ਦਿਨਾਂ ਦੇ ਵਿੱਚ ਵੀ ਰੈਲੀਆਂ ਹੋ ਹੀ ਰਹੀਆਂ ਨੇ, ਪੋਲੀਟੀਕਲ ਰੈਲੀਆਂ। ਤਾਂ ਚੀਫ ਮਿਨਿਸਟਰ ਆਪ ਕਰ ਰਿਹਾ ਜਾਂ ਅੱਜ ਹੁਣ ਜਿਹਦੇ 'ਚ ਅਨਾਊਂਸਮੈਂਟ ਕੀਤੀ ਹੈ, ਅਤੇ ਬਾਕੀ ਲੋਕ ਵੀ ਕਰ ਰਹੇ ਨੇ। ਤਾਂ ਇਹ ਲੋਕਾਂ ਦੇ ਅੰਦਰ ਇੱਕ ਕਨਫਿਊਜ਼ਨ ਕ੍ਰੀਏਟ ਕਰਦੀ ਚੀਜ਼ ਹੈ, ਜਿਹੜੀਆਂ ਇਹ ਸਾਰੀਆਂ ਚੀਜ਼ਾਂ ਉਸ ਪੱਧਰ ਦੇ ਉੱਤੇ ਹੋ ਰਹੀਆਂ ਨੇ। ਔਰ ਬਿਨਾਂ ਸ਼ੱਕ ਪਿਛਲੇ ਸਾਰੇ ਮਾਮਲਿਆਂ ਦੇ ਵਿੱਚ 2 ਦੌਰ ਲੰਘ ਗਏ ਨੇ, ਕਰੋਨਾ ਦੇ ਤੀਜਾ ਦੌਰ ਚੱਲ ਰਿਹਾ। ਲੋਕਾਂ 'ਚ ਅਵੇਅਰਨੈਸ, ਲੋਕਾਂ 'ਚ ਜਾਗਰੂਕਤਾ ਲਿਆਉਣੀ ਇੱਕ ਅਲੱਗ ਗੱਲ ਹੈ, ਅਤੇ ਲੋਕਾਂ 'ਚ ਡਰ ਅਤੇ ਦਹਿਸ਼ਤ ਪੈਦਾ ਕਰਨੀ ਦੂਜੀ ਗੱਲ ਹੈ। ਤੁਸੀਂ ਡਰ ਅਤੇ ਦਹਿਸ਼ਤ ਵਾਲੇ ਪੈਮਾਨੇ ਜ਼ਿਆਦਾ ਅਪਣਾਉਂਦੇ ਹੋ ਹਮੇਸ਼ਾ ਹੀ, ਅਤੇ ਲੋਕਾਂ ਦੇ ਵਿੱਚ ਜਾਗਰੂਕਤਾ ਦੀ ਬਜਾਏ। ਇਹਦੇ ਲਈ ਇੱਕ ਬੈਠਣਾ ਚਾਹੀਦਾ। ਇੱਕ ਇਹ ਕਨਫਿਊਜ਼ਨ ਬੜਿਆ ਲੰਮੇ ਸਮੇਂ ਤੋਂ ਅਜੇ ਤੱਕ ਕੋਈ ਵੀ ਧਿਰ ਕਲੀਅਰ ਨਹੀਂ ਕਰ ਪਾਈ ਕਿ ਕਿੰਨਾ ਖਤਰਾ ਹੈ, ਕਿਵੇਂ ਖਤਰਾ ਹੈ, ਉਹਦਾ ਲੈਵਲ ਕੀ ਹੈ, ਅਤੇ ਕਿਸ ਟਾਈਪ ਦੇ ਲੋਕਾਂ ਨੂੰ ਕਿਸ ਲੈਵਲ ਦੀਆਂ ਚੀਜ਼ਾਂ ਕਰਨੀਆਂ ਚਾਹੀਦੀਆਂ ਨੇ, ਕਿਹੜੀਆਂ ਨਹੀਂ ਕਰਨੀਆਂ ਚਾਹੀਦੀਆਂ। ਔਰ ਇਹਦੇ ਨਾਲ ਦੀ ਨਾਲ ਇਹ ਵੀ ਤੁਸੀਂ ਜਿਹੜਾ ਇੱਕ ਤਰੀਕਾਕਾਰ ਹੁੰਦਾ ਹੈ, ਲੋਕਾਂ ਦੇ ਜੀਵਨ ਆਮ ਵੀ ਚੱਲਦਾ ਰਹੇ, ਕਿਉਂਕਿ ਲੋਕਡਾਊਨ ਕੋਈ ਹੱਲ ਨਹੀਂ ਹੈ। ਜਿਹੜੇ ਤਰੀਕੇ ਤੁਸੀਂ ਹੁਣ ਬੰਦ ਕਰ ਦਿੰਦੇ ਹੋ, ਇਹਦੇ ਨਾਲ ਕਿੰਨੇ ਲੋਕਾਂ ਦਾ ਰੁਜ਼ਗਾਰ ਜਾਂਦਾ। ਜਦੋਂ ਲੋਕਾਂ ਦਾ ਰੁਜ਼ਗਾਰ ਚਲਾ ਜਾਂਦਾ ਬਹੁਤ ਵੱਡੇ ਪੱਧਰ ਦੇ ਉੱਤੇ, ਤਾਂ ਉਹ ਨਵੀਆਂ ਸਗੋਂ ਸਮੱਸਿਆਵਾਂ ਨਾਲ, ਉਹ ਕਹਿੰਦੇ ਕਰੋਨਾ ਤਾਂ ਮਾਰੂਗਾ ਪਤਾ ਨਹੀਂ ਅਤੇ ਅਸੀਂ ਤਾਂ ਭੁੱਖ ਨਾਲ ਜਾਂ ਗਰੀਬੀ ਨਾਲ ਮਰ ਜਾਵਾਂਗੇ। ਉਹਨਾਂ ਗੱਲਾਂ ਦਾ ਵੀ ਖਿਆਲ ਰੱਖਣ ਦੀ ਇੱਕ ਜ਼ਰੂਰਤ ਜਿਹੜੀ ਹੁੰਦੀ ਆ ਉਸ ਪੱਧਰ ਦੇ ਉੱਤੇ। ਔਰ ਇਸੇ ਲਈ ਹੁਣ ਵੀ ਇੱਕ ਸੰਜਮ, ਅਤੇ ਉਹਦਾ ਇੱਕ 5 ਰਾਜਾਂ ਦੀਆਂ ਚੋਣਾਂ ਵੀ ਨੇ ਅੱਗੇ। ਉਹ ਚੋਣਾਂ ਕਿਸ ਤਰੀਕੇ ਨਾਲ ਹੋਣਗੀਆਂ, ਕਿਵੇਂ ਕਰਾਉਣਗੇ, ਉਹ ਵੀ ਇੱਕ ਸਾਡੇ ਸਾਹਮਣੇ ਗੱਲ ਹੈ। ਔਰ ਇਹ ਸਾਰਾ ਮਾਮਲਾ ਇੱਕ ਚਿੰਤਾਜਨਕ ਗੱਲ ਤਾਂ ਹੈ ਹੀ ਹੈ ਕਿ ਜੇਕਰ ਐਡੇ ਵੱਡੇ ਪੱਧਰ 'ਤੇ ਕੋਈ ਨੁਕਸਾਨ ਹੋ ਰਿਹਾ ਹੈ ਜਾਂ ਕੋਈ ਗੱਲ ਹੋ ਰਿਹਾ, ਜੇਕਰ ਬਿਮਾਰੀ ਤੁਹਾਨੂੰ ਲੱਗਦਾ ਇੰਨੀ ਉਹ ਸੀਰੀਅਸ ਹੈ, ਤਾਂ ਉਹਦਾ ਕੋਈ ਲੋਕਾਂ ਦੇ ਸਾਹਮਣੇ ਇੱਕ ਜਾਗਰੂਕ ਇੱਕ ਰੋਡ ਮੈਪ ਕੋਈ ਦਿਖਾਈ ਦੇਣਾ ਪਊਗਾ, ਨਹੀਂ ਤਾਂ ਉਦੋਂ ਬਿਨਾਂ। ਔਰ ਜਿਹੜੀ ਇਹ ਵੀ ਗੱਲ ਅਜੇ ਵੀ ਸਾਡੇ ਪੋਲੀਟੀਸ਼ੀਅਨ ਕਰ ਰਹੇ ਨੇ, ਜਿੰਨੀਆਂ ਵੀ ਕਰ ਰਹੇ ਨੇ, ਐਕਸਪਰਟਸ ਦਾ ਲੋਕਾਂ ਨਾਲ ਰਾਬਤਾ ਡਾਇਰੈਕਟਲੀ ਨਾ ਉਹ ਕਰਾਉਂਦੇ ਨੇ, ਕਿਉਂਕਿ ਜਿਵੇਂ ਪ੍ਰੈਸ ਬਰੀਫਿੰਗਾਂ ਹੁੰਦੀਆਂ ਨੇ ਜਾਂ ਬਾਕੀ ਚੀਜ਼ਾਂ ਹੁੰਦੀਆਂ ਨੇ, ਔਰ ਅਜੇ ਪੋਲੀਟੀਕਲ ਧਿਰਾਂ ਦੇ ਤੌਰ 'ਤੇ ਬਿਆਨਬਾਜ਼ੀ ਹੋ ਰਹੀ ਹੈ। ਜੀ ਬਿਲਕੁਲ। ਅਤੇ ਜੇ ਤੁਹਾਨੂੰ ਲੱਗਦਾ ਉਹ ਐਕਸਪਰਟਸ ਦੀ ਡਿਬੇਟ ਕਰਾਓ, ਉਹਨਾਂ ਨੂੰ ਲਿਆਓ ਅਤੇ ਉਹ ਕਰਨ ਲੋਕਾਂ ਦੇ ਸਾਹਮਣੇ ਡੇ ਟੂ ਡੇ ਦੀਆਂ ਗੱਲਾਂ ਕਿ ਆਹ ਕਰਨ ਦੀ ਲੋੜ ਆ, ਨਹੀਂ ਕਰਨ ਦੀ ਲੋੜ, ਆਹ ਚੀਜ਼ਾਂ ਨੇ। ਫਿਰ ਉਹ ਵੈਕਸੀਨੇਸ਼ਨ ਹੈ, ਬਾਕੀ ਦੀਆਂ ਚੀਜ਼ਾਂ ਨੇ, ਤੁਸੀਂ ਕੰਪਲਸਰੀ ਬਾਕੀ ਦਾ ਲਾਤਾ ਨਾ। ਤੁਸੀਂ ਇਹ ਜੱਜ ਕਰ ਰਹੇ ਹੋ ਕਿ ਕਿੰਨੇ % ਲੋਕਾਂ ਦੇ ਤੁਸੀਂ ਵੈਕਸੀਨ ਲਾਤੀ ਅੱਜ ਤੱਕ। ਜੀ
ਜੇ ਤੁਸੀਂ ਉਨੇ ਕੁ % ਦੇ ਲਾਈ ਹੈ, ਤੁਹਾਡੇ ਕੋਲ ਦਵਾਈ ਹੋਰ ਨਹੀਂ ਸੀ ਬਾਕੀ, ਤਾਂ ਬਾਕੀ ਲੋਕਾਂ ਨੂੰ ਤੁਸੀਂ ਕਹਿੰਦੇ ਹੋ ਅਸੀਂ ਚੰਡੀਗੜ੍ਹ 'ਚ ਨਹੀਂ ਵੜਨ ਦੇਵਾਂਗੇ, ਬਾਕੀ ਜਗ੍ਹਾ ਨਹੀਂ ਵੜਨ ਦੇਵਾਂਗੇ, ਬਾਕੀ ਜਗ੍ਹਾ, ਉਹ ਸਾਰੇ ਕਿਤੇ ਉਹਦੇ 'ਤੇ ਜਾਣ 'ਤੇ ਹੀ ਪਾਬੰਦੀ ਲਾ ਦੋਗੇ, ਤਾਂ ਉਹ ਲੋਕਾਂ ਦਾ ਕਸੂਰ ਕੀ ਹੋਏਗਾ? ਜਿਹੜੇ ਲੋਕਾਂ ਮਤਲਬ ਜਾਂਦੇ ਵੀ ਰਹੇ ਹੋਣਗੇ, ਨਹੀਂ ਮਿਲੀ ਉਨੀ ਤੁਹਾਡੇ ਕੋਲ ਹੈ ਹੀ ਨਹੀਂ ਸੀ, ਮਤਲਬ ਤੁਹਾਡੀ ਕਪੈਸਿਟੀ ਨਹੀਂ ਸੀ ਟੋਟਲ ਲਾਉਣ ਦੇ ਵਿੱਚ। ਲੋਕਾਂ ਨੂੰ ਸਜ਼ਾ ਦੇ ਰਹੇ ਹੋ ਤੁਸੀਂ, ਆਪਣੀਆਂ ਨਲਾਇਕੀ ਆਂਦੀ ਜਾਂ ਕੀ ਕਰ ਰਹੇ ਹੋ ਉਸ ਸਾਰੇ ਮਾਮਲੇ 'ਚ? ਇਹ ਸਵਾਲ ਵੀ ਆਪਣੇ ਆਪ ਤੋਂ ਪੁੱਛਿਆ ਜਾਣਾ ਚਾਹੀਦਾ। ਕੀ ਉਹ ਬਾਕੀ ਦੀਆਂ ਚੀਜ਼ਾਂ ਦੇ ਵਿੱਚ ਬਾਕੀ ਦੀਆਂ ਜ਼ਰੂਰਤਾਂ ਪੂਰੀਆਂ ਕਰਕੇ, ਜਿਹੜੀਆਂ ਤੁਸੀਂ ਕਹਿੰਦੇ ਹੋ ਪੂਰਾ ਦੂਰ ਰਹੇ ਫਲਾਨਾ ਰਹੇ, ਉਹ ਫਿਰ ਵੀ ਆਪਣੇ ਕੰਮ ਜਾਂ ਧੰਦੇ ਆਪਣੇ ਕਿਉਂ ਨਹੀਂ ਆ ਸਕਦੇ? ਇਹੀ ਤਰੀਕਾ ਤੁਸੀਂ ਗਰੀਬਾਂ ਨਾਲ ਬਾਕੀ ਕਹਿੰਦੇ ਹੋ। ਤੁਸੀਂ ਕਹਿੰਦੇ ਹੋ ਗਰੀਬ ਹੈ ਤੂੰ ਆਪਣੇ ਕਰਕੇ ਆ, ਸਾਡਾ ਕੋਈ ਰੋਲ ਨਹੀਂ ਹੈ, ਇਸ ਲਈ ਤੈਨੂੰ ਅਸੀਂ ਆਹ ਨਹੀਂ ਦਿਆਂਗੇ। ਹਰ ਫਾਰਮੂਲਾ ਜਿਹੜਾ ਇੱਕ ਐਲੀਟ ਕਲਾਸ ਤੈਅ ਕਰਦੀ ਹੈ ਅਤੇ ਉਹ ਬਾਕੀ ਲੋਕਾਂ ਨੂੰ ਛੱਡ ਦਿੰਦੀ ਹੈ ਉਸ ਸਾਰੇ ਮਾਮਲੇ ਦੇ ਵਿੱਚ। ਇਹਨਾਂ ਕੁਝ ਗੱਲਾਂ ਨੂੰ ਮੁੜ ਸੋਚਣ ਵਾਲੀ ਵੀ ਗੱਲ ਹੈ ਕਿ ਜਿਸ ਲੈਵਲ ਦੀਆਂ ਪਾਬੰਦੀਆਂ ਲਾ ਰਹੇ ਹੋ, ਕਿਹੜੇ ਲੋਕਾਂ 'ਤੇ ਲਾ ਰਹੇ ਹੋ, ਕੀ ਉਹਨਾਂ ਦਾ ਕੋਈ ਕਸੂਰ ਹੈ ਕਿ ਉਹਨਾਂ ਦੇ ਨਹੀਂ ਦੋ ਡੋਜ਼ ਲੱਗੀ ਹੋਈ, ਜਾਂ ਤੁਹਾਡੇ ਕੋਈ ਪਹੁੰਚਾਉਣ ਦੇ ਵਿੱਚ ਜਾਂ ਗੱਲ ਕਰਨ ਦੇ ਵਿੱਚ ਜਾਂ ਮਟੀਰੀਅਲ ਨਾ ਹੋਣ ਦੇ ਵਿੱਚ ਤੁਹਾਡਾ ਵੀ ਕੋਈ ਬੰਦੋਬਸਤ ਕਰਨ 'ਚ, ਪ੍ਰਬੰਧ ਕਰਨ 'ਚ ਕਸੂਰ ਹੈ? ਇਹਨੂੰ ਧਿਆਨ 'ਚ ਰੱਖ ਕੇ ਪਾਲਿਸੀ ਦਾ ਜਿਹੜਾ ਜ਼ਿਕਰ ਹੋਣਾ ਚਾਹੀਦਾ। ਔਰ ਨਹੀਂ ਤਾਂ ਫਿਰ ਇਹ ਹੈ ਕਿ ਜਿਵੇਂ ਪਹਿਲਾਂ ਟਾਈਮ ਲੰਘਿਆ ਐਵੇਂ ਵੀ ਲੰਘ ਜੂਗਾ, ਲੋਕ ਤੰਗ ਪਰੇਸ਼ਾਨ ਹੁੰਦੇ ਵੀ ਜਾਣਾ ਤਾਂ ਇਹ ਜ਼ਿੰਦਗੀ ਨੇ ਤਾਂ ਇਹਦੇ ਨਾਲ ਚੱਲਣਾ ਜੀ। ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਰੱਖੇ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।